ओम शांति। अज है 30/3/2022 ਦੀ ਸਾਕਾਰ ਬਾਪ ਦਾਦਾ ਜੀ ਦੀ ਮੁਰਲੀ। ਅੱਜ ਬਾਪ ਦਾਦਾ ਜੀ ਨੇ ਆਖਿਆ, ਮਿੱਠੇ ਬੱਚੇ, ਤੁਸੀਂ ਬਾਪ ਦੇ ਕੋਲ ਆਏ ਹੋ, ਬਾਪ ਜੀ ਦੇ ਬਣੇ ਹੋ ਇਸ ਦੁਨੀਆ ਤੋਂ ਮਰਨ ਦੇ ਲਈ। ਆਪਣੀ ਇਹੋ ਜਿਹੀ ਅਵਸਥਾ ਪੱਕੀ ਕਰੋ ਜਿਹੜਾ ਅੰਤ ਵਿੱਚ ਇੱਕ ਬਾਪ ਜੀ ਦੇ ਸਿਵਾਏ और कोई भी याद ना आए। प्रश्न हैगा, सब तो तिखी अग केड़ी हैगी जो सारी दुनिया नू इस टाइम लगी हुई है, उसनू बुझाण दा तरीका की हैगा? उत्तर हैगा, सारी दुनिया विच इस समा कम दी अग लगी हुई है। यह अग सब तो तिखी हैगी। इस अग नू बुझाण वाली रूहानी मिशन एक ही सन। ਇਸ ਦੇ ਲਈ ਸਵयं ਨੂੰ ਫਾਇਰ ਬ੍ਰਿਗੇਡ ਬਣਾਉਣਾ ਪਵੇ। ਸਿਵਾਏ ਯੋਗ ਬਲ ਦੇ ਇਹ ਅੱਗ ਕਦੇ ਪੁੱਜ ਨਹੀਂ ਸਕਦੀ। ਕੰਮ ਵਿਕਾਰ ਹੀ ਸਭ ਦਾ ਸਤਿਆਨਾਸ਼ ਕਰਦਾ ਹੈ। ਇਸ ਲਈ ਇਸ ਭੂਤ ਨੂੰ ਭੁਗਾਉਣ ਦਾ ਪੂਰਾ ਪੁਰਸ਼ਾਰਥ ਕਰੋ। ਗੀਤ ਹੈਗਾ, ਮਹਿਫਿਲ ਦੇ ਵਿੱਚ ਜਲ ਉੱਠੀ ਸ਼ਮਾ। ਓਮ ਸ਼ਾਂਤੀ। ਜਿਹੜੇ ਚੰਗੇ ਸਰਵਿਸੇਬਲ ਬੱਚੇ ਹਨ ਉਹ ਇਸ ਗੀਤ ਦੇ ਅਰਥ ਨੂੰ ਚੰਗੀ ਰੀਤੀ ਸਮਝ ਜਾਂਦੇ ਹਨ। ਇਸ ਗੀਤ ਨੂੰ ਸੁਣਨ ਤੋਂ ਸਾਰੇ ਸ੍ਰਿਸ਼ਟੀ ਚੱਕਰ, ਰਚਤਾ ਅਤੇ ਰਚਨਾ ਦੇ ਆਦਿ ਮੱਧ ਅੰਤ ਨੂੰ ਜਾਣਿਆ ਜਾ ਸਕਦਾ ਹੈ। ਗੀਤ ਵਜਾਇਆ ਜਾਂਦਾ ਹੈ ਮਨੁੱਖ ਜਾਣ ਕਿਸ ਦੁਆਰਾ? ਗਿਆਨ ਦੇ ਸਾਗਰ ਦੁਆਰਾ। ਬੱਚੇ ਜਾਣਦੇ ਹਨ ਕਿ ਅਸੀਂ ਬਾਪ ਜੀ ਦੇ ਬਣੇ ਹਾਂ। ਇਸ ਪੁਰਾਣੀ ਦੁਨੀਆ ਤੋਂ ਮਰ ਕੇ ਆਪਣੇ ਪਰਮ ਧਾਮ ਵਿੱਚ ਜਾਣ ਦੇ ਲਈ। ਇੱਥੇ ਪੁਰਸ਼ਾਰਥ ਹੈਗਾ ਹੀ ਨਵੀਂ ਦੁਨੀਆ ਦੇ ਵਿੱਚ ਜਾਣ ਦਾ। ਸਿਵਾਏ ਇੱਕ ਬਾਪ ਦੇ ਇਹੋ ਜਿਹਾ ਪੁਰਸ਼ਾਰਥ ਹੋਰ ਕੋਈ ਵੀ ਕਰਾ ਨਾ ਸਕੇ। ਬਾਪ ਜੀ ਆਖਦੇ ਹਨ, ਮੇਰਾ ਬਣਨ ਤੋਂ ਤੁਹਾਨੂੰ ਇਸ ਦੁਨੀਆ ਤੋਂ ਮਰਨਾ ਪਵੇਗਾ। ਪਿਛਾੜੀ ਵਿੱਚ ਇਹੋ ਜਿਹੀ ਤੁਹਾਡੀ ਅਵਸਥਾ ਪੱਕੀ ਹੋਣੀ ਚਾਹੀਦੀ ਹੈ ਜੋ ਸਿਵਾਏ ਇੱਕ ਬਾਪ ਜੀ ਦੇ ਹੋਰ ਕੋਈ ਵੀ ਯਾਦ ਨਾ ਆਏ। ਤੁਸੀਂ ਬੱਚੇ ਜਾਣਦੇ ਹੋ ਸ਼ਮਾ ਆਈ ਹੈ ਪਰਵਾਨਿਆਂ ਨੂੰ ਨਾਲ ਲੈ ਜਾਣ ਦੇ ਲਈ। ਪਰਵਾਨੇ ਤਾਂ ਢੇਰ ਦੇ ਢੇਰ ਹਨ। ਪ੍ਰਦਰਸ਼ਨੀ ਵਿੱਚ ਵੀ ਵੇਖੋ, ਢੇਰ ਦੇ ਢੇਰ ਆਉਂਦੇ ਹਨ। ਪ੍ਰਦਰਸ਼ਨੀ ਵਿੱਚ ਕਈ ਬੱਚੇ ਆਉਂਦੇ ਹਨ, ਅਰਥ ਵੀ ਸਮਝਦੇ ਹਨ, ਪਰ ਫਿਰ ਵੀ ਪੁਰਾਣੀ ਦੁਨੀਆ ਨੂੰ ਛੱਡ ਕੇ ਨਈ ਦੁਨੀਆ ਵਿੱਚ ਜਾਣਾ ਕੋਈ ਸੌਖਾ ਕੰਮ ਨਹੀਂ ਹੈਗਾ। ਹੁਣ ਤੁਸੀਂ ਜਾਣਦੇ ਹੋ ਪੁਰਾਣੀ ਦੁਨੀਆ ਦਾ ਵਿਨਾਸ਼ ਤੇ ਨਵੀਂ ਦੁਨੀਆ ਦੀ ਸਥਾਪਨਾ ਹੋ ਰਹੀ ਹੈ। ਇਹ ਸੰਗਮ ਉੱਤੇ ਹੀ ਵਿਖਾਇਆ ਜਾਂਦਾ ਹੈ। ਦੋਵੇਂ ਇਕੱਠੇ ਤਾਂ ਕਦੇ ਹੋ ਨਹੀਂ ਸਕਦੇ। ਇੱਕ ਖਤਮ ਹੋਵੇਗੀ ਤਾਂ ਹੀ ਤਾਂ ਦੂਜੀ ਆਵੇਗੀ। ਤੁਹਾਡੇ ਵਿੱਚ ਵੀ ਜਿਹੜੇ ਚੰਗੇ ਬੱਚੇ ਹਨ ਉਹ ਜਾਣਦੇ ਹਨ ਰਾਮ ਰਾਜ ਅਤੇ ਨਵੀਂ ਦੁਨੀਆ ਸਥਾਪਨ ਹੋ ਰਹੀ ਹੈ। ਰਾਮ ਰਾਜ ਸਥਾਪਨ ਕਰਨ ਤੋਂ ਬਾਅਦ ਰਾਵਣ ਰਾਜ ਆਪੇ ਖਤਮ ਹੋ ਜਾਂਦਾ ਹੈ। ਜਦੋਂ ਤੁਸੀਂ ਰਾਮ ਰਾਜ ਦੇ ਭਾਤੀ ਬਣਦੇ ਹੋ ਤੁਹਾਡੇ ਵਿੱਚ ਕੋਈ ਵੀ ਭੂਤ ਨਹੀਂ ਹੁੰਦਾ। ਭੂਤਾਂ ਨੂੰ ਭਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਹਿਲਾ ਭੂਤ ਹੈਗਾ ਕੰਮ ਅਗਨੀ ਨੂੰ। ਇਹਨੂੰ ਪੁਜਾਣਾ ਹੈ। ਉਸ ਦੇ ਲਈ ਆਪਣੇ ਆਪ ਨੂੰ ਫਾਇਰ ਬ੍ਰਿਗੇਡ ਬਣਾਉਣਾ ਪਵੇ। ਇਹ ਅੱਗ ਸਭ ਤੋਂ ਤਿੱਖੀ ਅਤੇ ਬਿਲਕੁਲ ਗੰਦੀ ਹੈ। ਸਿਵਾਏ ਯੋਗ ਬਲ ਦੇ ਇਹ ਅੱਗ ਨਹੀਂ ਬੁਝ ਸਕਦੀ। ਸੋ ਵੀ ਇਹੀਓ ਸਵਾਲ ਹੈਗਾ ਸਾਰੀ ਦੁਨੀਆ ਦਾ। ਸਭ ਨੂੰ ਕੰਮ ਦੀ ਅੱਗ ਲੱਗੀ ਹੋਈ ਹੈ। ਇਸ ਅੱਗ ਨੂੰ ਬੁਝਾਉਣ ਵਾਲੀ ਰੂਹਾਨੀ ਮਿਸ਼ਨ ਇੱਕ ਹੀ ਹੈਗੀ। ਉਹਨਾਂ ਨੂੰ ਜ਼ਰੂਰ ਇੱਥੇ ਆਉਣਾ ਵੀ ਪਵੇ। ਕਹਿੰਦੇ ਵੀ ਹਨ ਕਿ ਹੇ ਪਤਿਤ ਪਾਵਨ ਆਓ, ਆ ਕੇ ਸਾਨੂੰ ਪਾਵਨ ਬਣਾਓ। ਹੇ ਕੰਮ ਦੀ ਅੱਗ ਨੂੰ ਭਸਮ ਕਰਨ ਵਾਲੇ ਆਓ। ਇੱਥੇ ਮੈਜੋਰਿਟੀ ਤਾਂ ਪਤਿਤ ਹਨ, ਪਰ ਕੋਈ ਪਵਿੱਤਰ ਵੀ ਰਹਿੰਦੇ ਹਨ। ਤੁਹਾਨੂੰ ਯੁਕਤੀ ਬਾਪ ਦੱਸਦੇ ਹਨ ਇਸ ਨੂੰ ਕਿਵੇਂ ਪੁਜਾਓ। ਇਹ ਕੰਮ ਅਗਨੀ ਵੀ ਸਤੋ, ਰਜੋ ਅਤੇ ਤਮੋ ਹੁੰਦੀ ਹੈ। ਤਮੋ ਪ੍ਰਧਾਨ ਉਹ ਹਨ ਜੋ ਬਿਲਕੁਲ ਰਹਿ ਹੀ ਨਹੀਂ ਸਕਦੇ। ਅੱਗ ਲੱਗੀ ਰਹਿੰਦੀ ਹੈ। ਮਨੁੱਖਾਂ ਦੀ ਸਤਿਆਨਾਸ਼ ਇਸ ਕੰਮ ਵਿਕਾਰ ਨੇ ਕੀਤੀ ਹੈ। ਸਤਯੁਗ ਵਿੱਚ ਕੋਈ ਦੁਸ਼ਮਣ ਹੁੰਦਾ ਨਹੀਂ। ਉੱਥੇ ਨਾ ਰਾਵਣ ਹੁੰਦਾ ਹੈ ਨਾ ਮਨੁੱਖਾਂ ਦੇ ਦੁਸ਼ਮਣ ਹੁੰਦੇ ਹਨ। ਤੁਸੀਂ ਹੁਣ ਸਮਝਦੇ ਹੋ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਰਾਵਣ ਹੈ। ਖੇਲ ਹੀ ਸਾਰਾ ਭਾਰਤ ਤੇ ਬਣਿਆ ਹੋਇਆ ਹੈ।
ਸਤਯੁਗ ਵਿੱਚ ਰਾਮ ਰਾਜ ਤੇ ਕਲਯੁਗ ਵਿੱਚ ਰਾਵਣ ਰਾਜ ਹੁੰਦਾ ਹੈ। ਕਾਰਟੂਨ ਵਿੱਚ ਵੀ ਵਿਖਾਉਂਦੇ ਹਨ, ਉੱਥੇ ਵੀ ਮਨੁੱਖ ਇੱਥੇ ਵੀ ਮਨੁੱਖ। ਦੇਵਤਾਵਾਂ ਅੱਗੇ ਹੱਥ ਜੋੜ ਕੇ ਜਾ ਕੇ ਆਖਦੇ ਹਨ, ਬਾਪ ਜੀ ਆ ਤੁਸੀਂ ਤਾਂ ਸਰਵਗੁਣ ਸੰਪੰਨ ਹੋ, ਅਸੀਂ ਤਾਂ ਪਾਪੀ ਦੁਖੀ ਹਾਂ। ਇਹ ਭਾਰਤ ਸ੍ਰੇਸ਼ਟਾਚਾਰੀ ਪਾਵਨ ਸੀ, ਹੁਣ ਭ੍ਰਸ਼ਟਾਚਾਰੀ ਬਣ ਗਿਆ ਹੈ। ਸ੍ਰੇਸ਼ਟਾਚਾਰੀ ਸੀ ਤਾਂ ਦੇਵੀ ਦੇਵਤਾ ਰਾਜ ਕਰਦੇ ਸੀ। ਸ਼੍ਰੀ ਲਕਸ਼ਮੀ, ਸ਼੍ਰੀ ਨਾਰਾਇਣ ਅਤੇ ਸ਼੍ਰੀ ਰਾਮ ਅਤੇ ਸੀਤਾ ਦਾ ਰਾਜ ਸੀ, ਉਹਨਾਂ ਦਾ ਘਰਾਣਾ ਸੀ। ਪ੍ਰਜਾ ਦਾ ਚਿੱਤਰ ਤੇ ਹੁਣ ਨਹੀਂ ਬਣਾਵਾਂਗੇ ਨਾ। ਹੁਣ ਬਾਪ ਕਹਿੰਦੇ ਹਨ, ਤੁਹਾਨੂੰ ਕਿੰਨੀ ਸਹਿਜ ਗੱਲਾਂ ਸਮਝਾਉਂਦੇ ਹਨ। ਸਮਝਾ ਕੇ ਫਿਰ ਕਹਿੰਦੇ ਹਨ, ਬੁੱਧੀ ਵਿੱਚ ਧਾਰਨ ਕਰੋ। ਜਿਵੇਂ ਮੇਰੀ ਬੁੱਧੀ ਵਿੱਚ ਧਾਰਨਾ ਹੈ, ਝਾੜ ਡਰਾਮਾ ਦੀ ਨੌਲੇਜ ਸਾਡੇ ਕੋਲ ਹੈ, ਇਸ ਲਈ ਮੈਨੂੰ ਗਿਆਨ ਦਾ ਸਾਗਰ ਵੀ ਆਖਿਆ ਜਾਂਦਾ ਹੈ। ਸ੍ਰਿਸ਼ਟੀ ਦੇ ਆਦ ਮੱਧ ਦੇ ਅੰਤ ਦਾ ਗਿਆਨ ਮੇਰੇ ਕੋਲ ਹੀ ਹੈ। ਮੈਨੂੰ ਹੀ ਪਵਿੱਤਰਤਾ ਦਾ ਸਾਗਰ ਵੀ ਕਿਹਾ ਜਾਂਦਾ ਹੈ। ਪਤਿਤ ਪਾਵਨ ਵੀ ਮੈਨੂੰ ਹੀ ਆਖਦੇ ਹਨ, ਜਿਹੜਾ ਆ ਕੇ ਸਾਰੇ ਭਾਰਤ ਨੂੰ ਪਾਵਨ ਬਣਾਉਂਦੇ ਹਨ। ਇਹ ਰਾਜਯੋਗ ਅਤੇ ਗਿਆਨ ਹੈਗਾ। ਬੈਰਿਸਟਰੀ ਪੜ੍ਹਾਉਂਦੇ ਹਨ, ਉਹਨਾਂ ਨੂੰ ਕਹਿਣਗੇ ਬੈਰਿਸਟਰੀ ਯੋਗ, ਕਿਉਂਕਿ ਉਸ ਪੜ੍ਹਾਈ ਤੋਂ ਹੀ ਬੈਰਿਸਟਰ ਬਣ ਜਾਂਦੇ ਹਨ। ਇਹ ਬਾਪ ਆਖਦੇ ਹਨ, ਤੁਸੀਂ ਬੱਚਿਆਂ ਨੂੰ ਆ ਕੇ ਮੈਂ ਰਾਜਯੋਗ ਸਿਖਾਉਂਦਾ ਹਾਂ, ਰਾਜਾਵਾਂ ਦਾ ਰਾਜਾ ਵੀ ਬਣਾਉਂਦਾ ਹਾਂ। ਸਭ ਭਗਵਾਨ ਨੂੰ ਯਾਦ ਕਰਦੇ ਹਨ। ਭਗਵਾਨ ਤੋਂ ਕੀ ਮਿਲੇਗਾ? ਜ਼ਰੂਰ ਸਵਰਗ ਦਾ ਵਰਸਾ ਮਿਲੇਗਾ। ਤੁਸੀਂ ਸਭ ਤੋਂ ਪੁੱਛਦੇ ਹੋ, ਪਰਮ ਪਿਤਾ ਪਰਮਾਤਮਾ ਦਾ ਪਰਿਚੈ ਕੀ ਹੈ? ਉਹ ਬਾਪ ਰਚయిਤਾ ਹੈ ਤਾਂ ਜ਼ਰੂਰ ਸਵਰਗ ਰਚਦੇ ਹਨ, ਤਾਂ ਸਵਰਗ ਦੀ ਰਾਜਾਈ ਦਿੰਦੇ ਹਨ। ਜਿਹੜੇ ਹੁਣ ਬੱਚਿਆਂ ਨੂੰ ਮਿਲੀ ਹੋਈ ਰਾਜਾਈ ਹੈ, ਉਹ ਫਿਰ ਬਾਪ ਹੀ ਆ ਕੇ ਦਿੰਦੇ ਹਨ। ਜਿਵੇਂ ਕਲਪ ਪਹਿਲੇ ਭਾਰਤ ਵਾਸੀਆਂ ਨੇ ਲਿੱਤੀ ਸੀ, ਹੁਣ ਫਿਰ ਤੋਂ ਭਾਰਤ ਵਾਸੀ ਲੈ ਰਹੇ ਸਨ। ਨਾਰਦ ਦਾ ਵੀ ਮਿਸਾਲ ਹੈਗਾ। ਤੁਸੀਂ ਬੱਚੇ ਪੁੱਛਦੇ ਹੋ, ਅਸੀਂ ਸਾਰੇ ਵੈਕੁੰਠ 'ਚ ਚੱਲਾਂਗੇ, ਭਗਵਾਨ ਤੋਂ ਨਈ ਦੁਨੀਆ ਦਾ ਵਰਸਾ ਲੈਵਾਂਗੇ। ਭਾਰਤ ਨੂੰ ਹੀ ਵਰਸਾ ਮਿਲਿਆ ਸੀ, ਹੁਣ ਨਹੀਂ ਹੈਗਾ। ਔਰ ਤੋਂ ਕੋਈ ਨੂੰ ਮਿਲ ਨਾ ਸਕੇ, ਕਿਉਂਕਿ ਭਾਰਤ ਹੀ ਭਗਵਾਨ ਦੀ ਜਨਮ ਭੂਮੀ ਹੈਗੀ। ਇਸ ਲਈ ਕਿਹਾ ਜਾਂਦਾ ਹੈ, ਚੈਰਿਟੀ ਬਿਗਸ ਐਟ ਹੋਮ। ਇੱਥੇ ਵਾਲਿਆਂ ਨੂੰ ਹੀ ਦੇਣਗੇ, ਪਰੰਤੂ ਬਹੁਤ ਬੱਚੀਆਂ ਸਮਝਾ ਨਹੀਂ ਸਕਦੀਆਂ। ਬਹੁਤ ਬੱਚਿਆਂ ਨੂੰ ਸਾਖਸ਼ਾਤਕਾਰ ਵੀ ਕਰਾਉਂਦੇ ਹਨ, ਦਿਖਾਉਂਦੇ ਹਨ ਤੁਸੀਂ ਵੈਕੁੰਠ ਵਿੱਚ ਜਾ ਕੇ ਪ੍ਰਿੰਸੈਸ ਬਣਦੇ ਹੋ। ਇੱਥੇ ਹੈ ਹੀ ਮਨੁੱਖ ਤੋਂ ਪ੍ਰਿੰਸ ਬਣਨ ਦੀ ਪਾਠਸ਼ਾਲਾ। ਪ੍ਰਿੰਸ ਬਣਨਾ ਅਤੇ ਰਾਜਾ ਬਣਨਾ ਇੱਕ ਹੀ ਗੱਲ ਹੈ। ਇਹ ਸਾਖਸ਼ਾਤਕਾਰ ਇੱਥੇ ਹੀ ਹੁੰਦੇ ਹਨ ਕਿ ਪੁਰਸ਼ਾਰਥ ਕਰਕੇ ਇਹੋ ਜਿਹਾ ਬਣ ਜਾਓ। ਸਿਰਫ ਕ੍ਰਿਸ਼ਨ ਨੂੰ ਵਿਖਾਉਂਦੇ ਹਨ, ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਇਹੋ ਜਿਹੀਆਂ ਗੱਲਾਂ ਬਾਪ ਆ ਕੇ ਦੱਸਦੇ ਹਨ। ਫਿਰ ਸਾਖਸ਼ਾਤਕਾਰ ਵੀ ਹੁੰਦਾ ਹੈ। ਸਾਖਸ਼ਾਤਕਾਰ ਹੁੰਦਾ, ਫਿਰ ਪੜ੍ਹਾਈ ਪੜ੍ਹਦੇ ਨਹੀਂ, ਐਵੇਂ ਬਣਦੇ ਹੀ, ਇਹੋ ਜਿਹਾ ਬਣਦੇ ਹੀ ਨਹੀਂ। ਇੰਨਾ ਪੁਰਸ਼ਾਰਥ ਨਹੀਂ ਕਰਦੇ, ਕਿਉਂਕਿ ਭੂਤਾਂ ਦਾ ਵਾਰ ਬਹੁਤ ਹੁੰਦਾ ਹੈ। ਦੇਹ ਅਭਿਮਾਨ ਦਾ ਘੜਾ ਭੂਤ ਹੈ। ਬੁੱਧੀ ਵਿੱਚ ਰਹਿਣਾ ਚਾਹੀਦਾ ਹੈ ਕਿ ਖੇਡ ਪੂਰਾ ਹੋ ਰਿਹਾ ਹੈ। ਅਸੀਂ 84 ਜਨਮਾਂ ਦਾ ਪਾਠ ਪੂਰਾ ਕਰ ਵਾਪਸ ਘਰ ਜਾਂਦੇ ਹਾਂ। ਹੁਣ ਅਸੀਂ ਇਹ ਪੁਰਾਣਾ ਚੋਲਾ ਛੱਡਦੇ ਹਾਂ। ਇਹ ਵੀ ਸਿਰਫ ਯਾਦ ਪੈ ਜਾਵੇ ਤਾਂ ਉਹ ਸੁਭਾਗਿਆ, ਤਾਂ ਖੁਸ਼ੀ ਦਾ ਪਾਰਾ ਵੀ ਚੜ੍ਹਿਆ ਰਹੇ। ਅਸੀਂ ਹੁਣ ਜਾਂਦੇ ਹਾਂ ਵਾਪਸ ਸ਼ਾਂਤੀ ਧਾਮ। ਇਹ ਕਿਸ ਦੀ ਬੁੱਧੀ ਵਿੱਚ ਬਹਿ ਨਹੀਂ ਸਕਦਾ। ਪਲ ਸੰਨਿਆਸੀ ਹਨ, ਉਹ ਕਹਿੰਦੇ ਹਨ, ਅਸੀਂ ਇੱਕ ਸਰੀਰ ਛੋੜ ਬ੍ਰਹਮ ਵਿੱਚ ਲੀਨ ਹੋ ਜਾਵਾਂਗੇ। ਪਰੰਤੂ ਤੱਤਵ ਨੂੰ ਯਾਦ ਕਰਨ ਨਾਲ ਤਾਂ ਵਿਕਰਮ ਵਿਨਾਸ਼ ਨਹੀਂ ਹੋ ਸਕਦੇ। ਫਿਰ ਲੈ ਜਾਣ ਵਾਲਾ ਹੈ ਹੀ ਇੱਕ ਰਾਮ, ਸਾਰੇ ਬੱਚਿਆਂ ਨੂੰ ਲੈ ਜਾਏਗਾ। ਆਪੇ ਹੀ ਤਾਂ ਕੋਈ ਜਾ ਨਹੀਂ ਸਕਦਾ। ਪੁਰਸ਼ਾਰਥ ਕਰਦੇ ਰਹਿੰਦੇ ਹਨ, ਕਿਉਂਕਿ ਇਸ ਦੁਨੀਆ ਵਿੱਚ ਰਹਿਣਾ ਚੰਗਾ ਨਹੀਂ ਲੱਗਦਾ। ਕੋਈ ਫਿਰ ਕਹਿੰਦੇ ਹਨ, ਅਸੀਂ ਇਸ ਨਾਟਕ ਵਿੱਚ ਆਏ ਹੀ ਕਿਉਂ ਹਾਂ। ਅਨੇਕ ਮਤਾਂਤਰ ਹਨ। ਗੁਰੂ ਗੋਸਾਈ ਆਦਿ ਕਰੋੜਾਂ ਦੀ ਅੰਦਾਜ਼ ਵਿੱਚ ਹਨ। ਸਭ ਦੀ ਆਪਣੀ ਆਪਣੀ ਮਤ ਹੈ। ਪਰ ਆਖਦੇ ਹਨ, ਆਪ ਜੀ ਦਾ ਗਿਆਨ ਬਹੁਤ ਚੰਗਾ ਹੈ। ਬਾਹਰ ਗਏ ਤੇ ਭੁੱਲ ਜਾਂਦੇ ਹਨ। ਆਂਦੇ ਤੇ ਬਹੁਤ ਹਨ, ਪਰੰਤੂ ਉਹਨਾਂ ਦੀ ਤਕਦੀਰ ਵਿੱਚ ਨਹੀਂ ਹੈਗਾ। ਇੰਨਾ ਮਰਤਬਾ ਛੱਡ ਕੇ ਫਿਰ ਆਵੇ ਕੌਣ? ਇਹ ਤਾਂ ਹੋ ਹੀ ਨਹੀਂ ਸਕਦਾ। ਇਸ ਲਈ ਗਰੀਬ ਹੀ ਉਠਾਉਂਦੇ ਹਨ। ਇੱਥੇ ਤਾਂ ਆ ਕੇ ਬੱਚਾ ਬਣਨਾ ਪਵੇ।
ਕੋਈ ਸੰਨਿਆਸੀ ਗੁਰੂ ਇੰਨੇ ਫਾਲੋਅਰਸਾਂ ਨੂੰ ਛੱਡ ਕੇ ਆਵੇ, ਇਹ ਤਾਂ ਬੜਾ ਮੁਸ਼ਕਿਲ ਹੈਗਾ। ਸੋ ਵੀ ਇਹ ਪ੍ਰਵਿਰਤੀ ਮਾਰਗ ਹੈਗਾ। ਮੇਲ ਫੀਮੇਲ ਦੋਵਾਂ ਨੂੰ ਇਕੱਠਾ ਰਹਿਣਾ ਪਵੇ। ਨਿਸ਼ਚੈ ਬੁੱਧੀ ਵਾਲਿਆਂ ਨੂੰ ਝਟ ਪਰੀਖਿਆ ਲਿੱਤੀ ਜਾਂਦੀ ਹੈ। ਦੇਖਣ ਗੁਰੂਪਣਾ ਛੱਡਦੇ ਹਨ। ਬਾਬਾ ਦਾ ਬਣ ਕੇ ਪੜ੍ਹਨਾ ਪੈਂਦਾ ਹੈ। ਬਾਬਾ ਕਿਸ ਨੂੰ ਵੀ ਸਮਝਾਉਣ ਦਾ ਸਹਿਜ ਉਪਾਅ ਸਮਝਾਉਂਦੇ ਹਨ। ਸਿਰਫ ਪੁੱਛਣਾ ਹੈ, ਪਰਮ ਪਿਤਾ ਪਰਮਾਤਮਾ ਨਾਲ ਤੁਹਾਡਾ ਕੀ ਸੰਬੰਧ ਹੈ? ਉਹ ਜ਼ਰੂਰ ਮੁਕਤੀ ਜੀਵਨ ਮੁਕਤੀ ਦਿੰਦੇ ਹਨ। ਮਨੁੱਖ ਨੂੰ ਦੇ ਨਾ ਸਕੇ। ਬਾਪ ਜੀ ਤੋਂ ਵਰਸਾ ਲੈਣ ਦੇ ਲਈ ਆ ਕੇ ਸਿੱਖਣਾ ਪਵੇ। ਸ਼੍ਰੀਮਤ ਜੋ ਕਹੇਗੀ ਸੋ ਕਰਨਾ ਪਵੇ। ਪਹਿਲੇ ਨਿਸ਼ਚੈ ਬੁੱਧੀ ਚਾਹੀਦਾ ਹੈ, ਫਿਰ ਸ਼੍ਰੀਮਤ ਜੋ ਮਿਲੇ। ਪਹਿਲੇ ਪਰਿਚੈ ਹੀ ਬਾਪ ਜੀ ਦਾ ਦੇਣਾ ਹੈ। ਢੇਰਾਂ ਦੇ ਢੇਰ ਆਣਗੇ। ਕਹਿੰਦੇ ਹਨ ਇਹ ਬਹੁਤ ਚੰਗੀਆਂ ਗੱਲਾਂ ਸੁਣਾਉਂਦੇ ਹਨ, ਪਰੰਤੂ ਖੁਦ ਥੋੜੇ ਹੀ ਖੜੇ ਹੁੰਦੇ ਹਨ। ਸਿਰਫ ਆਪਣੀ ਰਾਏ ਦੇ ਕੇ ਚਲੇ ਜਾਂਦੇ ਹਨ। ਇਹ ਮਾਲੂਮ ਹੀ ਨਹੀਂ ਪੈਂਦਾ ਕਿ ਇਹ ਕਿਸ ਦੀ ਮਤ ਤੇ ਚੱਲ ਰਹੇ ਹਨ। ਕਹਿੰਦੇ ਨੇ ਇਹੋ ਜੀ ਪ੍ਰਦਰਸ਼ਨੀ ਤੇ ਜਗ੍ਹਾ ਹੋਣੀ ਚਾਹੀਦੀ ਹੈ। ਮਤ ਦੇਣ ਲੱਗ ਪੈਂਦੇ ਨੇ। ਅਰੇ ਈਸ਼ਵਰ ਨੂੰ ਥੋੜੇ ਹੀ ਮਤ ਦੇ ਦਿੱਤੀ ਜਾਂਦੀ ਹੈ, ਪਰੰਤੂ ਪ੍ਰੈਕਟਿਸ ਪਈ ਹੋਈ ਹੈ ਮਤ ਦੇਣ ਦੀ। ਬਾਕੀ ਖੁਦ ਬੈ ਸਮਝਣ ਇਹ ਨਹੀਂ ਕਰਦੇ। ਇੱਥੇ ਕੋਈ ਮਤ ਦੇਣੀ ਨਹੀਂ ਹੈਗੀ। ਇੱਥੇ ਤਾਂ ਸ਼੍ਰੀਮਤ ਤੇ ਚੱਲਣਾ ਹੁੰਦਾ ਹੈ। ਪਹਿਲੇ ਬਾਪ ਦਾ ਬਣਨਾ ਹੈ, ਫਿਰ ਉਸ ਦੀ ਸ਼੍ਰੀਮਤ ਤੇ ਚੱਲਣਾ ਹੈ। ਫਿਰ ਜਦੋਂ ਕਿਸ ਨੂੰ ਸਮਝਾਓ ਤੇ ਲਿਖਵਾ ਕੇ ਲੈ ਲਵੋ ਕਿ ਮੈਂ ਸ਼੍ਰੀਮਤ ਤੇ ਚੱਲਾਂਗਾ, ਤਾਂ ਸਮਝਾਂਗੇ ਕਿ ਕੁਝ ਠੀਕ ਸਮਝਿਆ ਹੈ। ਆਂਦੇ ਤੇ ਢੇਰ ਹਨ, ਪਰੰਤੂ ਚੰਗੀ ਤਰ੍ਹਾਂ ਸਮਝਦੇ ਨਹੀਂ। ਸਤਯੁਗ ਹੈਗਾ ਕਲਿਆਣਕਾਰੀ ਸਵਰਗ, ਕਲਯੁਗ ਹੈਗਾ ਅਕਲਿਆਣਕਾਰੀ ਨਰਕ। ਰਾਵਣ ਹੈ ਅਕਲਿਆਣਕਾਰੀ, ਰਾਮ ਸਣ ਕਲਿਆਣਕਾਰੀ। ਇਹ ਨੌਲੇਜ ਬੱਚਿਆਂ ਦੀ ਬੁੱਧੀ ਵਿੱਚ ਟਪਕਣੀ ਚਾਹੀਦੀ ਹੈ। ਆਉਣਾ ਰਹਿਣਾ ਚਾਹੀਦਾ ਹੈ ਕਿ ਜਾਕਰ ਵਿਚਾਰਿਆਂ ਦਾ ਕਲਿਆਣ ਹੋਵੇ। ਸਰਵ ਦਾ ਸਦਗਤੀ ਦਾਤਾ ਸਰਵੋਦਿਆ ਲੀਡਰ ਤੇ ਇੱਕ ਬਾਪ ਨੂੰ ਹੀ ਕਿਹਾ ਜਾਂਦਾ ਹੈ। ਤੁਸੀਂ ਬੱਚਿਆਂ ਨੇ ਕਦਮ ਵਿੱਚ ਪਦਮ ਭਰੇ ਹੋਏ ਹਨ। ਬੜੀ ਜ਼ਬਰਦਸਤ ਕਮਾਈ ਹੁੰਦੀ ਹੈ। ਖੁਦ ਭਗਵਾਨ ਕਮਾਈ ਕਰਨ ਦੀ ਰਾਏ ਦਿੰਦੇ ਹਨ। ਰਾਏ ਤੇ ਚੱਲਣ ਨਾਲ ਤੁਸੀਂ ਸਵਰਗ ਵਿੱਚ ਪਹੁੰਚ ਜਾਂਦੇ ਹੋ, ਪਰੰਤੂ ਸਵਰਗ ਵਿੱਚ ਫਿਰ ਉੱਚ ਪਦ ਪਾਣਾ ਚਾਹੀਦਾ ਹੈ। ਇਹ ਕਮਾਈ ਹੈ, ਚੁੱਪਚਾਪ ਕਰਨੀ ਹੈ। ਕਰਮ ਇੰਦਰੀਆਂ ਤੋਂ ਕਰਮ ਕਰੋ, ਪਰੰਤੂ ਦਿਲ ਸਾਜਨ ਦੀ ਤਰਫ ਹੋਵੇ। ਬਸ ਬੇੜਾ ਪਾਰ ਹੋ ਜਾਵੇ। ਬੜੀ ਜ਼ਬਰਦਸਤ ਕਮਾਈ ਹੈ। ਬਾਪ ਜੀ ਦੀ ਸਰਵਿਸ ਵਿੱਚ ਰਹਿਣ ਵਿੱਚ ਆਟੋਮੈਟਿਕਲੀ ਬੜੀ ਆਮਦਨੀ ਹੁੰਦੀ ਹੈ। ਅੱਛਾ, ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ ਸਿੱਖ ਅਤੇ ਪ੍ਰੇਮ ਨਾਲ ਨਮਸਤੇ ਜੀ। ਧਾਰਨਾ ਦੇ ਲਈ ਮੁੱਖ ਸਾਰ ਹੈਗਾ। ਹੁਣ ਇਹ ਨਾਟਕ ਪੂਰਾ ਹੋ ਰਿਹਾ ਹੈ। ਅਸੀਂ ਵਾਪਸ ਮੁਕਤੀ ਧਾਮ ਜਾਣ ਵਾਲੇ ਹਾਂ। ਇਸ ਖੁਸ਼ੀ ਵਿੱਚ ਰਹਿ ਪੁਰਾਣੀ ਦੇਹ ਦਾ ਅਭਿਮਾਨ ਛੱਡ ਦੇਣਾ ਹੈ। ਇੱਕ ਬਾਪ ਜੀ ਦੀ ਮਤ ਤੇ ਹੀ ਚੱਲਣਾ ਹੈ। ਬਾਪ ਜੀ ਨੂੰ ਆਪਣੀ ਮਤ ਨਹੀਂ ਦੇਣੀ। ਨਿਸ਼ਚੈ ਬੁੱਧੀ ਬਣ ਬਾਪ ਜੀ ਦੀ ਜੋ ਸ਼੍ਰੀਮਤ ਮਿਲਦੀ ਹੈ ਉਸ ਤੇ ਚੱਲਦੇ ਰਹਿਣਾ ਹੈ। ਵਰਦਾਨ ਹੈਗਾ, ਪਿੰਨ ਸਥਿਤੀਆਂ ਦੇ ਆਸਨ ਤੇ ਏਕਾਗਰ ਹੋ ਕੇ ਬਹਿਣ ਵਾਲੇ ਰਾਜਯੋਗੀ ਸਵਰਾਜ ਅਧਿਕਾਰੀ ਭਵ। ਰਾਜਯੋਗੀ ਬੱਚਿਆਂ ਦੇ ਲਈ ਬਿਨ ਸਥਿਤੀਆਂ ਹੀ ਉਹਨਾਂ ਦਾ ਆਸਣ ਸਨ। ਕਦੇ ਸਵਮਾਨ ਦੀ ਸਥਿਤੀ ਵਿੱਚ ਸਥਿਤ ਹੋ ਜਾਓ ਤੇ ਕਦੇ ਫਰਿਸ਼ਤਾ ਸਥਿਤੀ ਵਿੱਚ। ਕਦੇ ਲਾਈਟ ਹਾਊਸ ਬਣ ਜਾਓ, ਮਾਈਟ ਹਾਊਸ ਬਣ ਜਾਓ ਤੇ ਕਦੀ ਪਿਆਰ ਸਵਰੂਪ ਲਵਲੀਨ ਸਥਿਤੀ ਵਿੱਚ ਸਥਿਤ ਹੋ ਜਾਓ। ਜਿਹੋ ਜਿਹਾ ਆਸਨ ਉਹੋ ਜੀ ਏਕਾਗਰ ਹੋ ਕੇ ਬਹਿ ਜਾਓ। ਇਹ ਹੁੰਦਾ ਹੈ ਆਪ ਜੀ ਨੂੰ ਬਿਨ ਸਥਿਤੀਆਂ ਦੇ ਆਸਨ ਤੇ ਸਥਿਤ ਕਰਨਾ ਅਤੇ ਵੈਰਾਈਟੀ ਸਥਿਤੀਆਂ ਦਾ ਅਨੁਭਵ ਕਰਨਾ। ਜਦੋਂ ਚਾਹੋ ਤਾਂ ਹੀ ਮਨ ਬੁੱਧੀ ਨੂੰ ਆਰਡਰ ਕਰੋ, ਸੰਕਲਪ ਕਰੋ ਤਾਂ ਉਸੀ ਸਥਿਤੀ ਵਿੱਚ ਸਥਿਤ ਹੋ ਜਾਓ। ਤਾਂ ਕਹਾਂਗੇ ਰਾਜਯੋਗੀ ਸਵਰਾਜ ਅਧਿਕਾਰੀ ਆਤਮਾਵਾਂ। ਸਲੋਗਨ ਹੈਗਾ, ਵਫਾਦਾਰ ਉਹ ਸਨ ਜਿਨ੍ਹਾਂ ਦੇ ਸੰਕਲਪ ਵਿੱਚ ਵੀ ਕੋਈ ਦੇਹਧਾਰੀ ਆਕਰਸ਼ਣ ਨਾ ਕਰੇ।
ਵਫਾਦਾਰ ਉਹ ਸਨ ਜਿਹੜੇ ਸੰਕਲਪ ਵਿੱਚ ਵੀ ਕਿਸੇ ਦੇਹਧਾਰੀ ਦੀ ਤਰਫ ਆਕਰਸ਼ਿਤ ਨਾ ਹੋਵਣ। ਓਮ ਸ਼ਾਂਤੀ।